ਅੱਜ ਪੇਸ਼ ਹੈ ਜ਼ੁਬੈਰ ਅਹਿਮਦ ਹੋਰਾਂ ਦੀ ਕਹਾਣੀ ਸਵੈਟਰ। ਆਵਾਜ਼ ਮਨਪ੍ਰੀਤ ਸਹੋਤਾ। ਮਾਂ ਆਖਦੀ ਏ ਜਿਸ ਵਰੇ ਅੱਬੀ ਹਸਪਤਾਲ ਡਾਕਟਰਾਂ ਦੀ ਲਾਪਰਵਾਹੀ ਪਾਰੋਂ ਆਖਰੀ ਸਾਹ ਪੂਰੇ ਕੀਤੇ, ਉਸ ਵਰੇ ਹੀ ਉਹਨਾਂ ਇਹ ਸਵੈਟਰ ਉਣਿਆ। ਮਾਂ ਸਾਰੀ ਉਮਰ ਸੁਣਾਉਂਦੀ ਰਹੀ, ਤੇਰੇ ਪਿਓ ਨਹੀਂ ਮਰਨਾ ਸਹੀ ਜੇ ਡਾਕਟਰਾਂ ਪੁੱਠਾ ਟੀਕਾ ਨਾ ਲਾਇਆ ਹੁੰਦਾ। ਇਹ ਮਾਂ ਮੇਰੀ ਤੇ ਪਿਓ ਐਵੇਂ ਵਿੱਚ ਆ ਗਏ ਨੇ। ਅਸਲੋਂ ਸਾਰੀ ਗੱਲ ਸਵੈਟਰ ਦੀ ਏ। ਪੋ ਮਾਈ ਪਿਓ ਮੋਇਆ ਤੇ ਇਸ ਤੋਂ ਅਗਦੋਂ ਉਹ 1-2 ਮਹੀਨੇ ਤਾਂ ਮੰਜੀ ਲੱਗਾ ਰਿਹਾ ਏ। ਸਿਆਲ ਤੇ ਉਸ ਸ਼ੋਧੇ ਪੂਰਾ ਹੰਢਾਇਆ ਹੀ ਨਾ। ਸਵੈਟਰ ਉਹ ਸਵਾਹ ਪਾਣਾ ਸੀ। ਮਾਂ ਨੇ ਉਸ ਵਰੇ ਬਹੁ ਚਾਵਾਂ ਨਾਲ ਹੱਥੀਂ ਉਹ ਸਵੈਟਰ ਉਣਿਆ ਸੀ। ਅਸੀਂ ਨਿੱਕੇ ਸਾਂ, ਪਰ ਫਿਰ ਵੀ 1-2 ਗੱਲਾਂ ਚੇਤੇ ਨੇ। ਮੁੜ ਜਦੋਂ ਵੀ ਮਾਂ ਪਿਓ ਨੂੰ ਚੇਤੇ ਕਰਨਾ ਤੇ ਇਹੀ ਆਖਣਾ, ਮਾਂ ਕਿੰਨੇ ਚਾਵਾਂ ਨਾਲ ਸਵੈਟਰ ਬੁਣਿਆ, ਤੇਰੇ ਅੱਬੀ ਪਾਇਆ ਹੀ ਨਾ। ਬਸ ਇੱਕ ਵਾਰੀ ਪਾਇਆ ਤੇ ਟਾਂਗੇ ਉੱਤੇ ਅਸੀਂ ਬਾਜ਼ਾਰ ਵੀ ਗਏ। ਬਾਜ਼ਾਰ ਵਿੱਚੋਂ ਕੱਚੀ ਗਿਰੀ ਖਾਧੀ ਤੇ ਤੁਹਾਡੇ ਲਈ ਫਲਾਲੀਨ ਦਾ ਕੱਪੜਾ ਵੀ ਲਿਆ। ਸਾਡਾ ਸਭ ਤੋਂ ਨਿੱਕਾ ਚਾਚਾ ਉਦੋਂ ਅਜੇ ਪੜ੍ਹਦਾ ਸੀ। ਪਿਓ ਦੇ ਗੁਜ਼ਰਨ ਮਗਰੋਂ ਪਿਓ ਦੇ ਕੁਝ ਕੱਪੜੇ ਮਾਂ ਲੋਕਾਂ ਨੂੰ ਵੰਡ ਦਿੱਤੇ, ਕੁਝ ਸਾਂਭ ਲਏ ਭਈ ਪੁੱਤਰ ਵੱਡੇ ਹੋ ਕੇ ਪਾਣਗੇ। ਪਰ ਉਹ ਸਵੈਟਰ ਨਿੱਕਾ ਚਾਚਾ ਲੈ ਗਿਆ। ਅੱਬੀ ਨਾਲ ਉਹਦਾ ਗੂੜ ਵੀ ਬਹੁ ਸੀ। ਹੁਣ ਤਾਂ ਮੇਰੇ ਵੀ ਧੌਲੇ ਆਵਣ ਲੱਗ ਪਏ ਨੇ, ਪਰ ਉਦੋਂ ਸ਼ੈਵਾਂ ਘੱਟ ਹੀ ਹੁੰਦੀਆਂ ਸਨ ਤੇ ਇੱਕ ਸ਼ੈ ਦੀ ਤਵਾਰੀਖ ਲੋਕਾਂ ਨੂੰ ਚੇਤੇ ਹੁੰਦੀ ਸੀ। ਮੈਨੂੰ ਯਾਦ ਏ ਪਿਓ ਦੇ ਗੁਜ਼ਰਨ ਪਿੱਛੋਂ ਇੱਕ ਹੋਰ ਚਾਚੇ ਦੇ ਘਰੋਂ ਮਾਂ ਕੁਝ ਸ਼ੈਵਾਂ ਲਿਆਈ ਸੀ ਜਿਹੜੀਆਂ ਵੰਡ ਦੇ ਵੇਲੇ ਤੋਂ ਉੱਥੇ ਪਈਆਂ ਸਨ। ਉਹਨਾਂ ਵਿੱਚ ਇੱਕ ਵੱਡੀ ਪਿੱਤਲ ਦੀ ਪਰਾਤ, ਇੱਕ ਵੱਡੇ ਪਲੰਗ ਦੇ ਪਾਵੇ, ਬਾਹੀਆਂ ਤੇ ਸੇਰੂ ਸਨ। ਇੱਕ ਵੱਡਾ ਪਿੱਤਲ ਦਾ ਥਾਲ ਤੇ ਬਹੁ ਪੁਰਾਣੀਆਂ ਵੱਡੀਆਂ-ਵੱਡੀਆਂ ਕੁਰਸੀਆਂ। ਮਾਂ ਨੂੰ ਇੱਕ ਸ਼ੈ ਦੀ ਤਵਾਰੀਖ ਯਾਦ ਸੀ। ਇਹ ਪਿੱਤਲ ਦੀ ਪਰਾਤ ਤੇਰਾ ਮਾਮਾ ਧਾਰੀਵਾਲੋਂ ਲਿਆਇਆ ਸੀ। ਇਹ ਵੱਡਾ ਪਲੰਗ ਤੇਰੇ ਮੀਆਂ ਜੀ ਆਪ ਵਿਹੜੇ ਬਹਿ ਕੇ ਪਿੰਡ ਦੇ ਤਰਖਾਣ ਕੋਲੋਂ ਬਣਵਾਇਆ ਸੀ ਤੇ ਇੰਨਾ ਗੁੜ ਤੇ ਇੰਨੀ ਕਣਕ ਉਹਨਾਂ ਦਿੱਤੀ ਸੀ। ਪਲੰਗ ਅਸੀਂ ਲੈ ਤੇ ਆਏ, ਪਰ ਉਹਨੂੰ ਡਾਹੁਣ ਦੀ ਥਾਂ ਕੋਈ ਨਾ। ਇੱਕੋ ਇੱਕ ਤੇ ਕਮਰਾ ਸੀ ਰਹਿਣ ਲਈ। ਅਖੀਰ ਇੱਕ ਥਾਂ ਫਸ-ਫਸਾ ਕੇ ਡਾਹ ਹੀ ਲਿਆ ਤੇ ਹੇਠਾਂ ਮਾਂ ਪੁਰਾਣੇ ਟਰੰਕ ਤੇ ਹੋਰ ਸ਼ੈਵਾਂ ਠੁੱਸ ਦਿੱਤੀਆਂ। ਅਸੀਂ ਤਿੰਨੇ ਭੈਣ ਭਰਾ ਕਿੰਨੇ ਵਰੇ ਉਸ ਤੇ ਸੌਂਦੇ ਰਹੇ। 2-4 ਮਹੀਨਿਆਂ ਪਿੱਛੋਂ ਨਵਾਰ ਢਿੱਲੀ ਹੋ ਜਾਣੀ ਤੇ ਥੱਲੇ ਲਟਕਣ ਲੱਗ ਪੈਣੀ। ਰਾਤੀਂ ਅਸੀਂ ਸੌਣਾ ਤੇ ਸਾਜਰੇ ਭੁੰਨਿਓ ਉੱਠਣਾ। ਪਰ ਕਹਾਣੀ ਤਾਂ ਸਵੈਟਰ ਦੀ ਏ। ਕਿੰਨੇ ਹੀ ਵਰੇ ਮਾਂ ਨੂੰ ਉਹ ਸਵੈਟਰ ਯਾਦ ਰਿਹਾ। ਮਾਂ ਨੂੰ ਰੋਜ਼ ਸਵੇਰੇ ਉੱਠ ਕੇ ਰਾਤ ਦੇ ਸੁਫਨੇ ਸੁਣਾਉਣ ਦੀ ਵੀ ਆਦਤ ਏ। ਮਾਂ ਆਖਣਾ, ਰਾਤੀਂ ਤੇਰੇ ਅੱਬੀ ਨੂੰ ਮੈਂ ਸੁਫਨੇ ਵਿੱਚ ਤੱਕਿਆ। ਉਹਨੇ ਚਿੱਟੇ ਲੀੜੇ ਪਾਏ ਹੋਏ ਸਨ ਤੇ ਮੇਰੇ ਵੱਲ ਤੱਕ ਕੇ ਨਿੰਮਾ-ਨਿੰਮਾ ਹੱਸਦੇ ਪਏ ਸਨ। ਸਵੈਟਰ ਉਹਨਾਂ ਉਹ ਪਾਇਆ ਹੋਇਆ ਸੀ। ਨਿੱਕਾ ਚਾਚਾ ਮੇਰਾ ਪੜ੍ਹ ਕੇ ਵੱਡਾ ਅਫਸਰ ਲੱਗ ਗਿਆ। ਉਹਦਾ ਵਿਆਹ ਹੋਇਆ ਤੇ ਉਹਦੇ ਨਾਲ ਸਾਡਾ ਮੇਲ ਘਟ ਗਿਆ। ਪਰ ਵਰੇ ਛਮਾਈ ਉਹਨੇ ਆਣਾ ਜ਼ਰੂਰ ਤੇ ਜਾਣ ਲੱਗਿਆਂ ਸਾਡਿਆਂ ਸਿਰਾਂ ਉੱਤੇ ਹੱਥ ਫੇਰਨਾ, ਉੱਭਾ ਸਾਹ ਲੈਣਾ ਤੇ ਚੁੱਪ ਕਰਕੇ ਮਾਂ ਦੇ ਹੱਥ ਵਿੱਚ ਕੁਝ ਫੜਾ ਜਾਣਾ। ਕਿੰਨੇ ਹੀ ਵਰੇ ਸਾਡੀ ਇਕੱਲੀ ਖੁਸ਼ੀ ਉਸ ਚਾਚੇ ਦਾ ਵਰੇ ਛਮਾਈ ਆਵਣ ਸੀ। ਜਦ ਮੈਂ 10ਵੀਂ ਚੰਗੇ ਨੰਬਰਾਂ ਨਾਲ ਪਾਸ ਕੀਤੀ ਤੇ ਨਿੱਕਾ ਚਾਚਾ ਮਿਲਣ ਆਇਆ ਤੇ ਮੇਰੇ ਅੱਗੇ ਪੜ੍ਹਨ ਤੇ ਜ਼ੋਰ ਪਾਇਆ। ਦੂਜੇ ਚਾਚੇ ਕਈ ਵਰਿਆਂ ਤੋਂ ਆਖਦੇ ਪਏ ਸਨ ਭਈ ਮੁੰਡਿਆਂ ਨੂੰ ਕੰਮ ਤੇ ਪਾ ਦੇਵੋ। ਜਾਂਦੇ ਜਾਂਦੇ ਮੇਰੀ ਨਿੱਕੀ ਚਾਚੀ ਕੁਝ ਪੁਰਾਣੇ ਕੱਪੜੇ ਦੇ ਗਈ ਜਿਨ੍ਹਾਂ ਵਿੱਚ ਮਾਂ ਦਾ ਉਣਿਆ ਉਹ ਸਵੈਟਰ ਵੀ ਸੀ। ਜਦ ਮੈਂ ਉਹ ਸਵੈਟਰ ਪਾਇਆ ਤਾਂ ਮਾਂ ਚੁੱਪ ਕਰਕੇ ਦੂਜੇ ਕਮਰੇ ਟੁਰ ਗਈ। ਸਾਨੂੰ ਮਾਂ ਦੀ ਇਸ ਆਦਤ ਦਾ ਪਤਾ ਸੀ। BA ਕਰਨ ਮਗਰੋਂ ਮੇਰੇ ਅੰਦਰ ਪਖੇਰੂ ਉੱਡਣ ਲੱਗ ਪਿਆ, ਜਿਹਨੂੰ ਮੈਂ ਜਾਣਦਾ ਤਾਂ ਨਹੀਂ ਸਾਂ, ਪਰ ਉਹਦੀ ਉਡਾਰੀ ਪਰਦੇਸ ਵੱਲ ਸੀ। ਪਰਦੇਸ ਵੰਝ ਕੇ ਮੈਂ ਕੁਝ ਚਿਰ ਮਗਰੋਂ ਇੰਜ ਦਾ ਹੋ ਗਿਆ ਜਿਵੇਂ ਪੱਖੂ ਰੁੱਖ ਬਿਨਾਂ ਜਾਂ ਚਿੜੀ ਮਿੱਟੀ ਬਿਨਾਂ। ਜਾਂਦੇ ਸਾਰ ਹੀ ਤੁਹਾਡੇ ਅੱਗੇ ਕੋਈ ਰੋਟੀ ਤਾਂ ਨਹੀਂ ਡਾਹ ਦਿੰਦਾ, ਪਰ ਰੋਟੀ ਬਿਨਾਂ ਕੰਮ ਕਿੱਥੇ? ਪਰ ਜੇ ਕੰਮ ਮਿਲੇ ਤਾਂ ਫੇਰ। ਪੈਸੇ ਮੁੱਕੇ ਤਾਂ ਅਸੀਂ ਫੁੱਟਪਾਥ ਤੇ ਸਾਂ। ਉੱਤੋਂ ਸਿਆਲ ਲਹਿੰਦੇ ਦੇ ਦਿਨ। ਉਹਨਾਂ ਮੁਲਕਾਂ ਦਾ ਜਿਹਨੇ ਸਿਆਲ ਡਿੱਠਾ ਨਹੀਂ, ਉਹਨੂੰ ਸਾਰ ਨਹੀਂ। ਅਖੀਰ ਸਟੇਸ਼ਨ ਦੀ ਜ਼ਮੀਨ ਥੱਲੇ ਵੀ ਉਹ ਥਾਂ ਹੀ ਨਿੱਘੀ ਰਹਿ ਜਾਂਦੀ ਏ ਜਿੱਥੋਂ ਮੈਟਰੋ ਰੇਲ ਗੱਡੀਆਂ ਚੱਲਦੀਆਂ ਹਨ। ਉੱਥੇ ਵੀ ਬਹੁਤੇ ਉਹ ਜਿਹੜੇ ਆਪਣੇ ਦੇਸ਼ ਵਿੱਚ ਪਰਦੇਸੀ ਹਨ। ਬੁੱਢੇ, ਦਾਰੂ ਦੀਆਂ ਮਾਰੀਆਂ ਝੱਲੀਆਂ ਜ਼ਨਾਨੀਆਂ, ਕੰਮੋਂ ਨੱਠੇ ਤੇ ਕੰਮੋਂ ਵਾਂਝੇ ਬੇਕਾਰ ਮੁੰਡੇ, ਸਾਡੇ ਵਰਗੇ ਮਾੜੇ ਮੁਲਕਾਂ ਦੇ ਰੰਗ ਦੇ ਗੱਭਰੂ, ਵਿੱਚ ਅਧਖੜ ਵੀ। ਫੇਰ ਕਈ ਵਾਰੀ ਪੁਲਿਸ ਸਾਨੂੰ ਉੱਥੋਂ ਵੀ ਕੱਢ ਦੇਣਾ ਤਾਂ ਅਸੀਂ ਠੰਡੀ ਸੀਤ ਵਗਦੀ ਰਾਤ ਵਿੱਚ ਤਾਰਕੋਲ ਦੀ ਸੜਕ ਤੇ ਆ ਖਲੋਣਾ। ਸਵੈਟਰ ਮੈਂ ਉਸ ਵੇਲੇ ਵੀ ਉਹੀ ਪਾਇਆ ਹੁੰਦਾ ਸੀ। ਉੱਤੇ 1-2 ਹੋਰ ਵੀ ਤੇ ਮੁੜ ਉੱਤੇ ਇੱਕ ਮੋਟੀ ਜੈਕਟ। ਪਰ ਕਿੱਥੇ, ਇਹ ਸਾਡੇ ਦੇਸ਼ ਦਾ ਸਿਆਲ ਤਾਂ ਨਹੀਂ ਸੀ। ਸਿਆਲ ਵੀ ਓਬੜ ਤੇ ਚੀਰਵੀਂ ਵਾਹ ਵੀ। ਇੱਕ ਦਿਨ ਸਵੇਰੇ ਸਟੇਸ਼ਨ ਉੱਤੇ ਜਗਰਾਤਾ ਕੱਟ ਕੇ ਮੈਂ ਪਬਲਿਕ ਟਾਇਲਟ ਵਿੱਚ ਮੂੰਹ ਹੱਥ ਧੋਤੇ। ਖਰੈਤੀ ਗਿਰਜੇ ਵਿੱਚ ਵੇਲੇ ਸਿਰ ਅੱਪੜ ਕੇ ਰੋਟੀ ਲੱਭਦੀ ਸੀ। ਜੇ ਜ਼ਰਾ ਵੀ ਖੁੰਝ ਗਏ ਤੇ ਮੁੜ ਸਾਰਾ ਦਿਨ ਭੁੱਖਿਆਂ। ਕਾਹਲ ਵਿੱਚ ਗਲੋਂ ਲਾਹ ਕੇ ਟਾਇਲਟ ਦੀ ਕੰਧ ਉੱਤੇ ਟੰਗਿਆ ਸਵੈਟਰ ਭੁੱਲ ਗਿਆ। ਰੋਟੀ ਖਾ ਕੇ ਮੈਨੂੰ ਚੇਤਾ ਆਇਆ। ਨੱਸਿਆ। ਸ਼ੁਕਰ ਏ ਸਵੈਟਰ ਉਥਾਈਂ ਕੰਧ ਤੇ ਟੰਗਿਆ ਮੈਨੂੰ ਉਡੀਕਦਾ ਪਿਆ ਸੀ। 2-3 ਘੰਟੇ ਤਾਂ ਲੰਘ ਗਏ ਹੋ ਸਨ।
ਜਦ ਕੰਮ ਲੱਭਿਆ ਤਾਂ ਦੇਸ ਦੀਆਂ ਅਜਬ-ਅਜਬ ਗੱਲਾਂ ਚੇਤੇ ਆਵਣ ਲੱਗ ਪਈਆਂ। ਇੱਕ ਸੁਪਨਾ ਕਈ ਵਾਰੀ ਆਇਆ, ਇੱਕ ਮੂਰਤੀਕਾਰ ਦੀ ਸਟਿਲ ਲਾਈਫ ਵਾਂਗ। ਇੱਕ ਖਾਲੀ ਕਮਰਾ, ਇੱਕ ਮੇਜ਼, ਕੁਝ ਖਾਲੀ ਕੁਰਸੀਆਂ ਪਈਆਂ ਹਨ। ਮੇਜ਼ ਉੱਤੇ ਕੁਝ ਭਾਂਡੇ ਤੇ ਅੱਧ-ਪਚੱਧੀਆਂ ਖਾਵਣ ਦੀਆਂ ਸ਼ੈਵਾਂ ਵੀ, ਪਰ ਕੁਰਸੀਆਂ 'ਤੇ ਕੋਈ ਜੀਅ ਨਹੀਂ ਬੈਠਾ। ਇੰਜ ਲੱਗਦਾ ਏ ਜਿਵੇਂ ਹੁਣੇ-ਹੁਣੇ ਕੋਈ ਇੱਥੋਂ ਉੱਠ ਕੇ ਗਿਆ ਏ। ਮੈਂ ਉੱਥੇ ਅੱਪੜਨ ਦੀ ਕਰਨਾ ਵਾਂ, ਪਰ ਮੈਥੋਂ ਅੱਪੜਿਆ ਨਹੀਂ ਜਾਂਦਾ। ਮੈਨੂੰ ਡਾਢੀ ਭੁੱਖ ਲੱਗੀ ਏ। ਮੈਂ ਰੱਜ ਖਾਣਾ ਚਾਹੁੰਦਾ। ਫੇਰ ਮੈਥੋਂ ਰੱਜ ਖਾਣ ਨਹੀਂ ਹੁੰਦਾ। ਮੈਨੂੰ ਸਾਰ ਨਹੀਂ ਭਈ ਮੈਥੋਂ ਆਪਣੇ ਜੀਆਂ ਤੋਂ ਬਿਨਾਂ ਕਦੀ ਰੱਜ ਖਾਵਣ ਨਹੀਂ ਹੋਣਾ। ਕਈ ਗੱਲਾਂ ਚੇਤੇ ਆਣੀਆਂ ਤੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਰੀਜ ਜਾਣੀਆਂ। ਮਾਲ ਰੋਡ ਲਾਹੌਰ ਦੇ ਪੁਰਾਣੇ ਰੁੱਖਾਂ ਵਿੱਚ ਰਹਿਣ ਵਾਲੀ ਵਾਹ, ਫੀਜੇ ਦੇ ਹੋਟਲ ਦੇ ਖਾਲੀ ਬੋਤਲਾਂ ਦੇ ਕਰੇਟ ਜਿਨ੍ਹਾਂ ਤੇ ਬਹਿ ਕੇ ਅਸੀਂ ਚਾਹ ਪੀਂਦੇ ਸਾਂ। ਮੀਂਹ ਮਗਰੋਂ ਕ੍ਰਿਸ਼ਨ ਨਗਰ ਦੀਆਂ ਰਾਤ ਦੀਆਂ ਸੁੰਨੀਆਂ ਗਲੀਆਂ ਵਿੱਚ ਖਲੋਤਾ ਵਾਹ ਨਾਲ ਸੱਪ ਵਾਂਗ ਲਹਿਰਦਾ ਪਾਣੀ, ਉਦਾਸ ਸਟਰੀਟ ਲਾਈਟ ਦੇ ਬਲਬ ਤੇ ਚੁੱਪ ਘਰਾਂ 'ਚੋਂ ਆਂਦੀ ਨਿੰਮੀ-ਨਿੰਮੀ ਲੋ। 1.5 ਵਰ੍ਹੇ ਮਗਰੋਂ ਮੈਂ ਰੂਹੋਂ ਵਾਂਝਿਆ ਤੇ ਪਾਲੇ ਮਾਰਿਆ ਦੇਸ ਪਰਤ ਆਇਆ। ਗਲ ਮੇਰੇ ਉਹ ਸਵੈਟਰ ਸੀ। ਮਾਂ ਆਖਿਆ, ਤੂੰ ਤਾਂ ਜਿਵੇਂ ਦਾ ਗਿਆ ਸੈਂ ਉਂਝੇ ਪਰਤ ਆਇਆ ਏਂ। ਅਖੀਰ ਹੱਥ ਪੈਰ ਮਾਰ ਮੈਂ ਪੜ੍ਹਾਈ ਪੂਰੀ ਕੀਤੀ ਤੇ ਦਾਲ ਰੋਟੀ ਲੱਭਣ ਲੱਗ ਪਈ। ਵੇਲੇ ਨਾਲ ਰੋਟੀ ਨਾਲ ਹੋਰ ਵੀ ਵੱਧਦਾ ਗਿਆ। ਪਿੱਛੇ ਮਾਂ ਦੀ ਇੱਕ ਨੇੜੇ ਦੀ ਰਿਸ਼ਤੇਦਾਰ ਉਹਨਾਂ ਨੂੰ ਮਿਲਣ ਆਈ। ਉਹ ਦੂਜੇ ਸ਼ਹਿਰ ਹੁੰਦੀ ਸੀ ਤੇ ਖਾਵੰਦ ਉਹਦਾ ਪਿੱਛੇ ਜਿਹੇ ਰਿਟਾਇਰ ਹੋਇਆ ਸੀ। ਮਾਂ ਉਹਦੇ ਜਾਵਣ ਮਗਰੋਂ ਆਖਿਆ, ਉਹ ਤੈਨੂੰ ਮਿਲਣ ਆਈ ਸੀ ਆਪਣੇ ਵੱਡੇ ਮੁੰਡੇ ਦੀ ਨੌਕਰੀ ਲਈ। ਚੰਗੇ ਭਲੇ ਸਨ ਉਹ, ਪਰ ਜਦ ਦਾ ਉਹਦਾ ਖਾਵੰਦ ਰਿਟਾਇਰ ਹੋਇਆ ਤੇ ਅਚਨਚੇਤ ਪਤਾ ਚੱਲਿਆ ਭਈ ਉਹਨਾਂ ਕੋਲ ਤੇ ਕੁਝ ਵੀ ਨਹੀਂ। ਮਸਾਂ ਸਿਰ ਉੱਤੇ ਛਾਤੀ ਪੂਰੀ ਹੋਈ। ਮਾਂ ਮੇਰੀ ਨਾਲ ਉਹ ਚੁੱਪ-ਚੁਪੀਤੇ ਗੱਲਾਂ ਕਰਦੀ ਰਹੀ। ਅੱਖਾਂ ਤਾਂ ਉਹਦੀਆਂ ਮੈਂ ਸਦਾ ਉਦਾਸ ਹੀ ਡਿੱਠੀਆਂ। ਜਾਵਣ ਲੱਗਿਆਂ ਮਾਂ ਉਹਨੂੰ ਕੁਝ ਪੁਰਾਣੇ ਕੱਪੜੇ ਦਿੱਤੇ ਤੇ ਉਹਨਾਂ ਵਿੱਚ ਉਹ ਸਵੈਟਰ ਵੀ ਸੀ। ਪਰ ਹੁਣ ਉਹ ਬਹੁ ਹੰਡ ਗਿਆ ਸੀ। ਖੌਰੇ ਪਾਣਯੋਗ ਵੀ ਸੀ ਕਿ ਨਾ। ਵਿੱਚੋਂ ਉੱਨ ਲਟਕੇ ਪਈ ਤੇ ਮੋਢੇ ਬਹੁ ਖੁੱਲ੍ਹੇ ਹੋ ਗਏ ਸਨ। ਅਜਬ ਤਰ੍ਹਾਂ ਦਾ ਬੇਢੰਗਾ ਜਿਹਾ ਲੱਗਦਾ ਸੀ। ਮੈਂ ਆਖਿਆ, ਮਾਂ, ਪੁਰਾਣੀ ਸ਼ੈ ਵੀ ਚੱਜ ਦੀ ਹੋਣੀ ਚਾਹੀਦੀ ਏ। ਕੋਈ ਇਸ ਨੂੰ ਕਿੰਜ ਪਾ ਸਕਦਾ ਏ? ਪਰ ਉਸ ਜ਼ਨਾਨੀ ਝੱਟ ਉਹ ਸਵੈਟਰ ਦੂਜਿਆਂ ਕੱਪੜਿਆਂ ਵਿੱਚ ਇਹ ਆਖ ਕੇ ਸਾਂਭ ਲਿਆ, ਕਮੀਜ਼ ਹੇਠੋਂ ਤੇ ਪਾਇਆ ਹੀ ਜਾ ਸਕਦਾ ਏ। ਨਾਲੇ ਹੱਥੀਂ ਬਣਾਏ ਸਵੈਟਰ ਦਾ ਤਾਂ ਨਿੱਘ ਹੀ ਬਹੁ ਹੁੰਦਾ ਏ। ਇਹ ਸੀ ਲੇਖਕ ਜ਼ੁਬੈਰ ਅਹਿਮਦ ਹੋਰਾਂ ਦੀ ਲਿਖੀ ਹੋਈ ਕਹਾਣੀ ਸਵੈਟਰ। ਇਸ ਤਰ੍ਹਾਂ ਦਾ ਹੋਰ ਕੰਟੈਂਟ ਸੁਣਨ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਜ਼ਰੂਰ ਕਰਨਾ, ਸਬਸਕ੍ਰਾਈਬ ਜ਼ਰੂਰ ਕਰਨਾ ਤੇ ਜੇ ਅਜੇ ਤੱਕ ਨਹੀਂ ਕੀਤਾ ਤੇ ਬੈਲ ਵਾਲਾ ਬਟਨ ਵੀ ਜ਼ਰੂਰ ਦਬਾ ਛੱਡਣਾ।